सरल और वाहिगुरू जी का स्पष्ट खालसा नियम वाहिगुरू जी की कानून। फतेह। अकाल चंद देख रहे दर्शकों का दास गुरप्रीत ਸਿੰਘ ਕੋਈ ਸਵਾਗਤ ਕਰਦਾ। ਸੰਗਤ ਜੀ, ਆਪ ਜੀ ਜਾਣਦੇ ਹੀ ਹੋ ਕਿ ਅੱਜ ਫੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਲਾਈਵ ਆ ਕੇ ਜੋ 8 ਵਜੇ ਲਾਈਵ ਆ ਕੇ ਇੱਕ ਨਵੀਂ ਜੋ ਅਨਾਉਂਸਮੈਂਟ ਕੀਤੀ ਹੈ, ਜਿਸ ਦੇ ਵਿੱਚ ਜੋ ਵੱਡੀ ਅਨਾਉਂਸਮੈਂਟ ਇਹ ਹੈਗੀ ਹੈ ਕਿ 20 ਲੱਖ ਕਰੋੜ ਦਾ ਜਿਹੜਾ ਪੈਕੇਜ ਹੈਗਾ, ਰਾਹਤ ਪੈਕੇਜ ਹੈਗਾ, ਉਹਨੂੰ ਜਿਹੜਾ ਜਾਰੀ ਕੀਤਾ ਗਿਆ ਹੈਗਾ, ਉਸ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਔਰ ਸਾਡੇ ਨਾਲ ਰਵਿੰਦਰ ਸਿੰਘ ਜੀ ਜੋ ਕਿ ਜਰਨਲਿਸਟ ਨੇ ਰਾਜਸਥਾਨ ਤੋਂ, ਉਹ ਵੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ। ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਔਰ ਆਪਾਂ ਡਿਸਕਸ਼ਨ ਕਰਾਂਗੇ ਕਿ ਕਿਸ ਤਰੀਕੇ ਜੋ ਕਿ ਇਸ ਲੋਕਡਾਊਨ 4 ਦਾ ਵੀ ਜੋ ਇੱਕ ਅੰਦੇਸ਼ਾ ਦਿੱਤਾ ਗਿਆ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿ ਲੋਕਡਾਊਨ 4 ਵੀ ਹੋਏਗਾ ਔਰ ਉਸ ਦੇ ਵਿੱਚ ਥੋੜਾ ਜਿਹਾ ਇੱਕ ਡਿਫਰੈਂਟ ਹੋਏਗਾ ਬਾਕੀ ਦੇ 3 ਲੋਕਡਾਊਨਸ ਦੇ ਨਾਲ। ਕੀ ਕੀ ਡਿਫਰੈਂਸਸ ਹੋਣਗੇ, ਉਹ ਸਾਰੀ ਗੱਲਾਂ ਵੀ ਆਪਾਂ ਇਸ ਦੇ ਵਿੱਚ ਕਰਾਂਗੇ। ਸਾਡੇ ਨਾਲ ਰਵਿੰਦਰ ਸਿੰਘ ਜੀ ਜੁੜੇ ਹੋਏ ਨੇ, ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਦੂਜੇ ਪਾਸੇ ਅਸੀਂ ਸੰਗਤਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲਸ ਵੀ ਲੈ ਰਹੇ ਹੈਗੇ ਹਾਂ। ਸੋ ਜੇ ਤੁਹਾਡਾ ਕੋਈ ਕੰਸਰਨ ਹੈਗਾ ਤੇ ਤੁਸੀਂ ਕਾਲ ਕਰਕੇ ਵੀ ਆਪਣੀ ਗੱਲਬਾਤ ਜਿਹੜੀ ਹੈਗੀ ਆ ਰੱਖ ਸਕਦੇ ਹੋ। ਤੁਸੀਂ ਕਾਲ ਕਰਕੇ ਸਾਨੂੰ ਦੱਸ ਸਕਦੇ ਹੈਗੇ ਤੁਹਾਡਾ ਜੇ ਕੋਈ ਸਵਾਲ ਜਾਂ ਕੋਈ ਜੋ ਗੱਲ ਹੋਏਗੀ ਉਹ ਵੀ ਅਸੀਂ ਜ਼ਰੂਰ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਆਓ ਅਸੀਂ ਜੁੜਦੇ ਹੈਗੇ ਆ। ਸਾਡੇ ਨਾਲ ਰਵਿੰਦਰ ਸਿੰਘ ਜੀ ਜੁੜੇ ਹੋਏ ਨੇ, ਜਰਨਲਿਸਟ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੋਰ ਜਿਹੜਾ ਇੱਕ ਕੁਝ ਟਵੀਟਸ ਜਿਹੜੇ ਹੈਗੇ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਜਿਹੜੇ ਇਸ ਲੋਕਡਾਊਨ ਦੇ ਵਿੱਚ ਜਿਹੜਾ ਇਹਨੂੰ ਲੈ ਕੇ ਜਿਹੜਾ ਕੁਝ ਜੋ ਟਵੀਟਸ ਹੋ ਰਹੇ ਹੈਗੇ ਆ, ਉਹ ਲੋਕੀ ਕੀ ਇਹਦੇ ਉੱਪਰ ਆਪਣੀ ਰਿਐਕਸ਼ਨਸ ਦੇ ਰਹੇ ਆ, ਕੀ ਲੋਕੀ ਆਪਣੇ ਇਹਦੇ ਉੱਪਰ ਆਪਣੀ ਪ੍ਰਤੀਕਿਰਿਆ ਦੇ ਰਹੇ ਹੈਗੇ ਆ, ਅਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਪੜ੍ਹ ਕੇ ਵੀ ਸੁਣਾਵਾਂਗੇ। ਆਓ ਜੁੜਦੇ ਹੈਗੇ ਰਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ। ਰਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ। ਹਾਂਜੀ ਹਾਂਜੀ, ਰਵਿੰਦਰ ਸਿੰਘ ਜੀ ਕੀ ਹਾਲ ਚਾਲ ਹੈ ਤੁਹਾਡੇ ਜੀ? ਬਸ ਜੀ ਠੀਕ ਹੈ ਜੀ। ਹਾਂਜੀ, ਥੋੜਾ ਜਿਹਾ ਜਾਨਣਾ ਚਾਹਾਂਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਦਾ ਜੋ ਆਰਥਿਕ ਪੈਕੇਜ ਅੱਜ ਐਲਾਨ ਕੀਤਾ ਹੈਗਾ ਔਰ ਲੋਕਡਾਊਨ 4 ਦੇ ਵੀ ਅੰਦੇਸ਼ੇ ਦਿੱਤੇ ਹੈਗੇ, ਸੰਕੇਤ ਦਿੱਤੇ। ਤੁਹਾਨੂੰ ਕੀ ਲੱਗਦਾ ਕੀ ਹੈਗਾ 20 ਲੱਖ ਕਰੋੜ ਦਾ ਪੈਕੇਜ? ਇਸ ਦਾ ਮਤਲਬ ਕਿਸ ਤਰੀਕੇ ਸਮਝਿਆ ਜਾ ਸਕਦਾ ਹੈ? ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਜੀ, ਇਸ ਜਿਹੜਾ ਆਰਥਿਕ ਰਾਹਤ ਪੈਕੇਜ ਅੱਜ ਨਰਿੰਦਰ ਮੋਦੀ ਜੀ ਨੇ ਜਿਹੜਾ ਅੱਜ ਅਨਾਉਂਸ ਕੀਤਾ, ਇਹਦੀ ਕਾਫੀ ਦਿਨਾਂ ਤੋਂ ਲੋਕਾਂ ਨੂੰ ਉਮੀਦ ਸੀਗੀ ਕਿ ਕਾਫੀ ਜਿਹੜੇ ਬੜੇ ਬੜੇ ਲੋਕ ਇਹਦੇ ਵਿੱਚ ਉਦਯੋਗਪਤੀ ਹੈ ਔਰ ਜਿਹੜੇ ਵੀ ਜੇ ਆਰਥਿਕ ਵਿਵਸਥਾ ਨੂੰ ਸਮਝਦੇ ਹੈ, ਕਿਉਂਕਿ ਇਸ ਜਿਹੜੇ ਕੋਰੋਨਾ ਵਾਇਰਸ ਨੂੰ ਆਪਾਂ ਦੋ ਮੋਰਚਿਆਂ ਤੇ ਹੁਣ ਹਰ ਇੱਕ ਕੰਟਰੀ ਆਪਸ ਵਿੱਚ ਲੜ ਰਹੀ ਹੈ। ਇੱਕ ਤੋਂ ਜਿਹੜਾ ਕਿ ਮੈਡੀਕਲ ਸਿਸਟਮ ਹੈ, ਜਿਹੜਾ ਸਾਰੇ ਮੈਡੀਕਲ ਸਟਾਫ ਇਹਦੇ ਵਿੱਚ ਲੱਗੇ ਹੋਏ ਹੈ ਕਿ ਇਸ ਬਿਮਾਰੀ ਤੋਂ ਕਿਸੇ ਤਰੀਕੇ ਨਾਲ ਜਿਹੜੇ ਬਿਮਾਰ ਹੈ ਉਹਨਾਂ ਨੂੰ ਬਚਾਉਣਾ ਹੈ। ਲੇਕਿਨ ਦੂਸਰੇ ਜਿਹੜੇ ਲੋਕਡਾਊਨ ਦੇ ਕਰਕੇ ਜਿਹੜੇ ਸਾਰੀ ਅਰਥ ਵਿਵਸਥਾ ਠੱਪ ਪਈ ਹੈ, ਉਹਨੂੰ ਅਗਰ ਵਾਪਸ ਚਾਲੂ ਕਰਨਾ ਹੈ ਔਰ ਜਿਹੜੇ ਲੋਕਾਂ ਦੀ ਮਦਦ ਕਰਨੀ ਹੈ ਤਾਂ ਇੱਕ ਆਰਥਿਕ ਰਾਹਤ ਪੈਕੇਜ ਦੀ ਕਾਫੀ ਦਿਨਾਂ ਤੋਂ ਲੋੜ ਸੀ। ਤੁਸੀਂ ਅਗਰ ਯਾਦ ਆਉਣਾ ਤਾਂ ਰਾਹੁਲ ਗਾਂਧੀ ਨੇ ਪਿਛਲੀ 2 ਮੀਟਿੰਗਾਂ ਕੀਤੀ ਸੀ 2 ਅਰਥਸ਼ਾਸਤਰੀਆਂ ਦੇ ਨਾਲ। ਪੂਰਵ ਜਿਹੜੇ ਸਚਿਵ ਹੈਗੇ ਰਿਜ਼ਰਵ ਬੈਂਕ ਦੇ ਰਹਿ ਚੁੱਕੇ ਰਘੂਰਾਜ ਰਾਮਨ ਦੇ ਨਾਲ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ। ਔਰ ਸੈਕਿੰਡ ਉਹਨਾਂ ਨੇ ਇੱਕ ਅਰਥਸ਼ਾਸਤਰੀ ਔਰ ਨੋਬਲ ਅਰਥਸ਼ਾਸਤਰੀ ਰਹੇ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ। ਔਰ ਦੋਨਾਂ ਦਾ ਆਹੀ ਕਹਿਣਾ ਸੀ ਕਿ ਸਰਕਾਰ ਦੇ ਵੱਲੋਂ ਆਰਥਿਕ ਰਾਹਤ ਪੈਕੇਜ ਜਿੰਨਾ ਵੀ ਜਲਦੀ घोषित हो जाए उतना बढ़िया है, क्योंकि अभी एक बहुत बड़ी परेशानी होनी जो लॉकडाउन खत्म होना इस कोरोना तो जो फिनिश होना आज नहीं तो कल जो कोरोना कई सरकारों के मुख्यमंत्री आ कह भी चुके हैं ਆਪਾਂ ਨੂੰ कोरोना ਦੇ ਨਾਲ ਹੀ ਰਹਿਣਾ ਹੁਣ ਸਿੱਖ ਲੈਣਾ ਚਾਹੀਦਾ ਹੈ। तो उसी कड़ी ਦੇ ਵਿੱਚ भी आज नरेंद्र मोदी ने भी आई किया अपने एक भाषण ਦੇ ਵਿੱਚ कि कोरोना है अपनी ਥਾਂ ਤੇ, लेकिन ਆਪਾਂ सोशल डिस्टेंसिंग रखते हुए मास्क पहनते हुए अपनी ਜ਼ਿੰਦਗੀ ਕਿੱਦਾਂ ਚਾਲੂ ਕਰ ਸਕਦੇ ਉਹਦੇ ਬਾਰੇ ਵੀ ਸੋਚਣਾ ਪੈਣਾ। तो 20 ਲੱਖ ਕਰੋੜ ਦਾ ਜਿਹੜਾ ਆਰਥਿਕ ਪੈਕੇਜ ਹੈ, ਆ ਘੋਸ਼ਣਾ ਕਾਫੀ ਦਿਨਾਂ ਤੋਂ ਪੈਂਡਿੰਗ ਸੀਗੀ ਔਰ ਸਰਕਾਰ ਨੇ ਇਹਦੇ ਵਿੱਚ ਕਾਫੀ ਦੇਰੀ ਕੀਤੀ। ਮੈਂ ਤਾਂ ਆ ਕਹਿਣਾ ਚਾਹੂੰਗਾ ਕਿ ਇਹਦੇ ਲਈ ਕਾਫੀ ਦਿਨਾਂ ਤੋਂ ਵੇਟ ਸੀਗੀ, ਲੇਕਿਨ ਚਲੋ ਦੇਰ ਆਏ ਦੁਰਸਤ ਆਏ। ਕਾਫੀ ਵੱਡਾ ਪੈਕੇਜ ਹੈਗਾ, ਟੋਟਲ ਇੰਡੀਆ ਦੀ GDP ਦਾ 10% ਹੈਗਾ, ਇਟਸ ਕੁਆਇਟ ਬਿਗ। ਔਰ ਇਹਦੇ ਹਿਸਾਬ ਨਾਲ ਹੁਣ ਹਾਲੇ ਦੇਖਣ ਵਾਲੀ ਗੱਲ ਹੋਏਗੀ ਕਿ ਸਰਕਾਰ ਇਹਨੂੰ ਕਿਸ ਤਰੀਕੇ ਨਾਲ ਲਾਉਂਦੀ ਹੈ, ਕਿਉਂਕਿ ਕਈ ਦੇਸ਼ਾਂ 'ਚ ਕਈ ਯੂਰੋਪੀਅਨ ਕੰਟਰੀਜ਼ ਦੀ ਵੀ ਆਪਾਂ ਗੱਲ ਕਰੀਏ ਤਾਂ ਇਸ ਮਾਮਲੇ 'ਚ ਜਰਮਨੀ ਸਭ ਤੋਂ ਅਵਲ ਦਰਜੇ 'ਤੇ ਰਿਹਾ ਸੀਗਾ, ਜਿਨ੍ਹਾਂ ਨੇ ਆਪਣੇ ਪੈਕੇਜ ਨੂੰ ਨਾ ਕੇਵਲ ਟਾਈਮ 'ਤੇ ਘੋਸ਼ਿਤ ਕੀਤਾ ਨਾ ਬਲਕਿ ਡਿਲੀਵਰ ਵੀ ਕਰ ਦਿੱਤਾ। ਕਿਉਂਕਿ ਇਹਦਾ ਸਿਰਫ ਕਾਗਜ਼ਾਂ 'ਤੇ ਰਹਿ ਜਾਣਾ ਨਹੀਂ ਹੁੰਦਾ, ਇਹਨੂੰ ਡਿਲੀਵਰ ਕਰਨਾ ਵੀ ਬੜੀ ਗੱਲ ਹੁੰਦੀ ਹੈ। ਜਿੱਦਾਂ UK 'ਚ ਵੀ ਕਾਫੀ ਜਲਦੀ ਨੂੰ ਜਿੰਨਾ ਜਲਦੀ ਘੋਸ਼ਣਾ ਹੋਈ ਉੱਤੇ ਜਲਦੀ ਡਿਲੀਵਰੀ ਵੀ ਹੋ ਗਈ। ਕਾਫੀ ਲੋਕਾਂ ਨੂੰ 1-2 ਦਿਨਾਂ 'ਚ ਪੇਮੈਂਟ ਹੋਣੀ ਚਾਲੂ ਹੋ ਗਈ ਸੀ। ਤਾਂ ਹੁਣ ਕੱਲ ਜਦੋਂ ਨਿਰਮਲਾ ਸੀਤਾਰਮਨ ਵਿੱਤ ਮੰਤਰੀ ਆਪਣੀ ਇਹਦੇ ਬਾਰੇ ਡਿਟੇਲ 'ਚ ਦੱਸਣਗੇ ਕਿ ਉਹ ਪੈਕੇਜ ਕਿਸ ਤਰੀਕੇ ਨਾਲ ਹੋਗਾ, ਕਿਉਂਕਿ ਇੰਡੀਆ ਦਾ ਸਿਚੁਏਸ਼ਨ ਕਾਫੀ ਅਲੱਗ ਹੈਗਾ। ਇੱਥੇ ਆਰਗੇਨਾਈਜ਼ ਸੈਕਟਰ ਔਰ ਅਨਆਰਗੇਨਾਈਜ਼ ਸੈਕਟਰ ਵੀ ਕਾਫੀ ਡਿਫरेंट क्षेत्र है, क्योंकि बाहरले देशों च काफ़ी डेवलप कंट्रीज से अलग हिसाब है, इंडिया का हिसाब एशियन कंट्रीज का हिसाब कुछ अलग हैगा। तो डिलीवरी का तरीका भी काफ़ी अलग होएगा। ये भी नरेंद्र मोदी साहब ने कहा सीखा कि एक गल उन्होंने स्पेशली मैंशन की थी कि ਜਿਹੜੇ ਜਨ ਧਨ ਖਾਤੇ ਹੈਗੇ ਉਹਦੇ ਕਰਕੇ ਪਿਛਲਾ ਪੇਮੈਂਟ ਹੋ ਪਾਇਆ। ਤੁਹਾਨੂੰ ਚੇਤਾ ਹੋਣਾ ਕਿ ਜਦੋਂ ਲੋਕਡਾਊਨ ਫਸਟ ਆਇਆ ਸੀ ਉਸੇ ਵੇਲੇ ਕਿਸਾਨਾਂ ਤੇ ਜਾਂ ਜਿਹੜੇ BPL ਪਰਿਵਾਰ ਹੈ ਉਹਨਾਂ ਦੇ ਖਾਤਾ 'ਚ 500 ਰੁਪਏ
ਔਰ ਬਾਈ 500 ਰੁਪਏ ਦੀ ਦੂਜੀ ਕਿਸ਼ਤ ਵੀ ਗਈ ਸੀਗੀ। ਉਹ ਉਹਨਾਂ ਨੇ ਆਈ ਕਿਹਾ ਸੀ ਕਿ ਕਿਉਂ, ਕਿਉਂਕਿ ਅਗਰ ਉਹਨਾਂ ਦੇ ਖਾਤੇ ਬੰਦ ਪਏ ਸੀ तो वो जा पाए। तो फिर सारे सरकारी सिस्टम बंद सी, फिर भी वो जा पाए, तो बड़ी चंगी गल है। लेकिन हुण देखना होना कि इन्ना बड़ा पैकेज नूं सरकार किस तरीके नाल डिलीवर करती है। ਅਸੀਂ सराहना करते हैं पैकेज आया, लेकिन आ मानने वाली गल हैगी कि काफ़ी देर हो गई, 45 डेज हो चुके हैं, क्योंकि ਜਿਹੜੇ ਉਦਯੋਗਪਤੀ ਹੈਗੇ ਜਿਹੜੇ ਕਈ ਦਿਨਾਂ ਚੋਂ ਬੰਦ ਬੈਠੇ, ਉਹਨਾਂ ਦੀ ਆਪਣੇ ਆਪ 'ਚ ਪਰੇਸ਼ਾਨੀ ਸੀ ਕਿੱਦਾਂ ਹੋਏਗਾ। ਆਰਥਿਕ ਪੈਕੇਜ ਦਾ ਕਹਿਣ ਦਾ ਮਤਲਬ ਆ ਹੁੰਦਾ, ਜਿਹੜਾ ਇਹਨੂੰ ਅਗਰ ਸਰਲ ਸ਼ਬਦਾਂ 'ਚ ਅਗਰ ਪਰਿਭਾਸ਼ਿਤ ਕਰੇ ਤਾਂ ਆ ਹੁੰਦਾ ਕਿ ਸਰਕਾਰ ਬੈਂਕਾਂ ਦੇ ਥਰੂ ਆਮ ਜਨਤਾ ਜਾਂ ਵਪਾਰੀ ਵਰਗ ਤੱਕ ਪੈਸਾ ਪਹੁੰਚਾਉਂਦੀ ਹੈ। ਉਸ ਪੈਸੇ ਦੇ ਵਿੱਚ ਪਹੁੰਚਾਉਣ ਦੇ ਅਲੱਗ-ਅਲੱਗ ਤਰੀਕੇ ਹੁੰਦੇ ਆ, ਔਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨੂੰ ਕਮ ਤੋਂ ਘੱਟ ਇੰਟਰਸਟ ਰੇਟ 'ਤੇ ਰੱਖਿਆ ਜਾਂਦਾ ਹੈ, ਕਿਉਂਕਿ ਤਾਂ ਕਿ ਹਰ ਬੰਦਾ ਲੋਨ ਲੈ ਸਕੇ। ਔਰ ਮਤਲਬ ਦੂਸਰੇ ਦੇਸ਼ਾਂ ਦੇ ਵਿੱਚ ਕੀ ਹੁੰਦਾ, ਤੁਹਾਡੀ ਆਵਾਜ਼ ਮੈਨੂੰ ਨਹੀਂ ਆ ਰਹੀ ਗੁਰਪ੍ਰੀਤ ਸਿੰਘ ਜੀ, ਸੌਰੀ ਮੈਂ ਤੁਹਾਨੂੰ ਜੇ ਸੁਣ ਨਹੀਂ ਸਕਿਆ। ਬਿਜ਼ਨਸਮੈਨ ਨੂੰ ਇਹਦਾ ਕੋਈ ਫਾਇਦਾ ਹੋਏਗਾ ਤੁਹਾਨੂੰ ਲੱਗਦਾ? ਜੀ ਬਿਲकुल, हाँ जी, उन्होंने क्लियरली मेंशन किया कि जिन्ने भी बिजनेसमैन हैं, जिन्ने भी छोटे उद्योगपति है, किसान हैं, कोई मछली पालन करता है या कोई ਜਿਹੜਾ ਵੀ ਧੰਦਾ ਕਰਦਾ ਹੈ, ਅਨਆਰਗੇਨਾਈਜ਼ਡ ਸੈਕਟਰ, ਆਰਗੇਨਾਈਜ਼ਡ ਸੈਕਟਰ, ਜਿਹੜੇ ਵੀ ਲੋਕੀ ਹੈ ਉਹਨਾਂ ਤੱਕ ਪੈਸੇ ਪਹੁੰਚਾਉਣ ਦੀ ਹੋਗੀ। ਇਹਦੀ ਸਾਰੀ ਡਿਟੇਲਿੰਗ ਹਾਲੇ ਕੱਲ ਜਦੋਂ ਵਿੱਤ ਮੰਤਰੀ ਆਪਣੀ ਘੋਸ਼ਣਾ ਕਰਨਗੇ ਉਹਦੇ ਵਿੱਚ ਆਏਗੀ। आज ਦੀ घोषणा 'ਚ ਕਾਫੀ ਲੋਕਾਂ ਨੂੰ ਉਮੀਦ ਸੀ ਕਿ ਨਰਿੰਦਰ ਮੋਦੀ ਸਾਹਿਬ ਆएंगे ਤਾਂ ਅੱਜ ਕੁਝ ਦੱਸਣਗੇ ਇਹਦੇ ਬਾਰੇ, ਲੇਕਿਨ ਕਾਫੀ ਹੱਦ ਤੱਕ ਲੋਕੀ ਨਿਰਾਸ਼ ਹੋਏ, ਕਿਉਂਕਿ 20-25 ਮਿੰਟ ਦੀ ਸਪੀਚ ਦੇ ਵਿੱਚ ਉਹਨਾਂ ਨੇ ਜਿਹੜਾ ਅਗਰ ਮੇਜਰ ਪੁਆਇੰਟ ਦੇਖਿਆ ਜਾਏ ਤਾਂ ਸਿਰਫ ਦੋ ਸੀਗੇ। ਪਹਿਲੀ ਗੱਲ ਉਹਨਾਂ ਨੇ ਕਹੀ ਕਿ 20 ਲੱਖ ਕਰੋੜ ਦਾ ਇੱਕ ਪੈਕੇਜ ਹੈ। ਸੈਕੰਡ ਉਹਨਾਂ ਨੇ ਕਿਹਾ ਕਿ ਲੋਕਡਾਊਨ 4.0 ਜਿਹੜਾ ਹੋਣਾ, ਜਿਹੜਾ ਕਿ 18 ਮਈ ਨੂੰ ਹੋਣਾ ਹੈ, ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਉਹਦਾ ਰੰਗ ਰੂਪ ਥੋੜਾ ਅਲੱਗ ਹੋਏਗਾ। ਉਹਨਾਂ ਨੇ ਡਿਟੇਲ 'ਚ ਨਹੀਂ ਦੱਸਿਆ ਕਿ ਉਹ ਕੀ ਹੋਏਗਾ, ਕਦੋਂ ਹੋਏਗਾ, ਕਿੰਨਾ ਹੋਏਗਾ, ਉਹ ਨਹੀਂ ਦੱਸਿਆ। ਉਹਨਾਂ ਨੇ ਸਿਰਫ ਇੰਨਾ ਦੱਸਿਆ ਕਿ 4.0 ਹੋਗਾ, मतलब है कंफर्म आएगा जरूर, 4.0 आएगा। ਇਸ ਤੋਂ ਬਿਨਾ, ਯਾਨੀ ਕਿ ਇਸ ਤੋਂ ਬਿਨਾ ਗੁਜ਼ਾਰਾ ਨਹੀਂ ਹੈ। ਜਦੋਂ 70,000 ਕੇਸਿਸ ਤੇ ਚੱਲ ਰਹੇ ਹਨ, ਸਾਰੇ ਕਾਫੀ ਜਿਹੜੇ ਐਕਸਪਰਟ ਉਹਨਾਂ ਦਾ ਕਹਿਣਾ ਹੈ ਕਿ ਇੰਡੀਆ ਦਾ ਪੀਕ ਹਾਲੇ ਆਣਾ ਬਾਕੀ ਹੈਗਾ। ਜਿਸ ਹਿਸਾਬ ਨਾਲ ਚੱਲਦਾ ਪਿਆ ਤਾਂ ਲੋਕਡਾਊਨ 4.0 ਆਣਾ ਬਣਦਾ ਵੀ ਹੈ। ਲੇਕਿਨ ਆ ਹੈ ਕਿਹੜੇ ਜਿੱਦਾਂ ਕਈ ਸਟੇਟਸ ਹੈ ਜਿਹੜੇ ਫ੍ਰੀ ਹੋ ਚੁੱਕੇ, ਜਿੱਦਾਂ ਗੋਆ ਵਰਗੇ ਸਟੇਟਸ ਹੈ ਉਹ ਕੋਰੋਨਾ ਫ੍ਰੀ ਹੋ ਚੁੱਕੇ हैं, तो ਉਹਨਾਂ 'ਚ ਨਹੀਂ ਹੋਏਗਾ। राजस्थान ਦੇ ਵੀ ਕਈ ਇਲਾਕਿਆਂ 'ਚ ਕੋਰੋਨਾ ਕਾਫੀ ਹੱਦ ਕਮ ਹੋ ਚੁੱਕਾ ਹੈ, ਪੰਜਾਬ 'ਚ ਵੀ ਕਾਫੀ। तो ਜਦੋਂ ਦਿੱਲੀ ਦੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਵੀ ਕਿਹਾ ਸੀ ਕਿ ਜਦ ਜਿੱਥੇ ਕੋਰੋਨਾ ਨਹੀਂ ਹੈ, ਜਿਹੜੇ ਕੰਟੇਨਮੈਂਟ ਜ਼ੋਨ ਨਹੀਂ ਹੈ, ਉਹਨਾਂ ਨੂੰ ਫ੍ਰੀ ਕਰ ਦਿਆ ਜਾਏ, ਕਿਉਂਕਿ ਪੂਰੀ ਦਿੱਲੀ ਹੀ ਰੈੱਡ ਜ਼ੋਨ ਦੇ ਵਿੱਚ ਹੈ, ਜਿਹਦੀ ਕਾਫੀ ਜ਼ਿਆਦਾ ਆਲੋਚਨਾ ਹੁੰਦੀ ਪਈ ਹੈ। ਤੋ ਦੇਖਦੇ ਹਾਂ ਕਿੱਦਾਂ ਹੁੰਦੇ ਆ ਆਉਣ ਵਾਲੇ ਸਮੇਂ 'ਚ। ਲੇਕਿਨ ਲੋਕਡਾਊਨ 4.0 ਦਾ ਅੰਦੇਸ਼ਾ ਮੋਦੀ ਅੱਜ ਦਿੱਤਾ। ਲੇਕਿਨ ਦੋ ਗੱਲਾਂ ਇਹਦੇ ਵਿੱਚ ਕਲੀਅਰ ਆਈ 25 ਮਿੰਟ ਦੀ ਸਪੀਚ ਤੇ, ਜਿਹੜੀ ਕਿ ਕਾਫੀ ਲੋਕੀ ਕਹਿੰਦੇ ਪਏ ਕਿ ਜੁਮਲੇ ਸੀਗੇ, ਉਹਨਾਂ ਨੇ ਕਾਫੀ ਜੁਮਲੇ ਫਿਰ ਇਸ ਵਾਰ ਯੂਜ਼ ਕੀਤੇ, ਜਿੱਦਾਂ ਕਿ ਉਹਨਾਂ ਦੇ ਹਰ ਵਾਰ ਕਰਦੇ ਹੈ ਕਿ ਲੋਕਲ ਨੂੰ ਵੋਕਲ ਕਰੋ, ਇੱਦਾਂ ਦੀ ਗੱਲਾਂ ਉਹਨਾਂ ਨੇ ਕੀਤੀ, ਜਿਹੜੇ ਕਿ ਲੋਕਾਂ ਦੇ ਲਈ ਡਿਸਅਪੁਆਇੰਟ ਦੇ ਨੋ ਡਾਊਟ ਹੁੰਦਾ ਹੀ ਹੈ, ਕਿਉਂਕਿ ਲੋਕੀ ਜਦੋਂ ਵੇਟ ਕਰਦੇ ਹੈ ਕਿ ਚਲੋ ਕੁਝ ਪਤਾ ਹੈ, ਕਿਉਂਕਿ ਜਦੋਂ ਤੁਹਾਨੂੰ ਪਤਾ ਹੋਗਾ ਕਿ ਥਰਡ ਲੋਕਡਾਊਨ ਦੇ ਵੇਲੇ ਨਰਿੰਦਰ ਮੋਦੀ ਵੱਲੋਂ ਕੋਈ ਸਪੀਚ ਨਹੀਂ ਆਈ ਸੀ, ਸਿਰਫ ਵਿੱਤ ਮੰਤਰਾਲਿਓਂ ਸਿਰਫ ਗ੍ਰਹਿ ਮੰਤਰਾਲਿਓਂ ਆਰਡਰ ਹੀ ਆਏ ਸੀਗੇ कि लॉकडाउन 4 होएगा, लॉकडाउन 3 स्टार्ट होएगा और 17 मई तक रहेगा। तो नरेंद्र मोदी ਦੀ ਵੀ ਸਪੀਚ ਕਾਫੀ ਟਾਈਮ ਤੋਂ ਲੋਕੀ ਵੇਟ ਕਰਦੇ ਪਏ ਸੀ। ਲੇਕਿਨ ਸਪੀਚ ਤੇ ਜਿਹੜੀ ਦੋ ਗੱਲਾਂ ਮੇਨ ਆਈਆਂ, 20 ਲੱਖ ਕਰੋੜ ਦਾ ਪੈਕੇਜ ਆਇਆ, ਅਸੀਂ ਸਰਾਹਨਾ ਕਰਦੇ ਹਾਂ, ਲੇਕਿਨ ਅਸੀਂ ਆਪ ਵੀ ਮੰਨਦੇ ਹਾਂ ਕਿ ਕਾਫੀ ਦੇਰੀ ਤੋਂ ਆਇਆ, ਲੇਕਿਨ ਚਲੋ ਆਇਆ ਗਿਆ, ਉਹਦੀ ਬਹੁਤ ਜ਼ਰੂਰਤ ਸੀ। ਕਾਫੀ ਵਪਾਰੀ ਵਰਗ ਔਰ ਕਾਫੀ ਜਿਹੜੇ ਕਿਸਾਨ ਹੈ ਜਿਨ੍ਹਾਂ ਨੂੰ ਕਾਫੀ ਵੱਟ ਗਏ। एक उन्होंने वर्ड ਜਿਹੜੇ ਲੋਕਾਂ ਦੀ ਕਾਫੀ ਉਮੀਦ ਸੀ, ਉਹ ਪ੍ਰਵਾਸੀ ਮਜ਼ਦੂਰਾਂ ਦੇ ਬਾਰੇ ਕੋਈ ਗੱਲ ਕਰਨਗੇ, ਲੇਕਿਨ ਉਹਨਾਂ ਨੇ ਉਹਦੇ ਬਾਰੇ ਕੋਈ ਵੀ ਬਿਆਨ ਨਹੀਂ ਦਿੱਤਾ। ਉਹਨਾਂ ਨੇ ਸਿਰਫ ਆ ਕਿਹਾ ਕਿ ਇਹਦੇ ਨਾਲ ਉਹਨਾਂ ਨੂੰ ਵੀ ਫਾਇਦਾ ਹੋਏਗਾ। ਪਰ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਕੱਲ ਇਹਨੂੰ ਕਿਸ ਤਰੀਕੇ ਨਾਲ ਲੈ ਕੇ ਆਂਦੀ ਹੈ। ਹਾਲੇ ਕਾਫੀ ਕੁਝ ਹੈਗਾ, ਅਗਰ ਬਾਹਰਲੇ ਦੇਸ਼ਾਂ ਦੇ ਨਾਲ ਕੰਪੇਅਰ ਕਰੋ ਤਾਂ ਕਾਫੀ ਜਲਦੀ ਆਇਆ ਸੀਗਾ ਆਰਥਿਕ ਪੈਕੇਜ। ਹਰੇਕ ਕੰਟਰੀ ਨੇ ਆਪਣਾ ਆਪਣਾ ਆਰਥਿਕ ਪੈਕੇਜ ਦਿੱਤਾ ਹੈ, ਲੇਕਿਨ ਕਾਫੀ ਜਲਦੀ ਆਇਆ ਸੀ ਔਰ ਕਾਫੀ ਜਲਦੀ ਡਿਲੀਵਰ ਵੀ ਹੋ ਗਿਆ ਸੀ। ਨਾ ਕੇਵਲ ਆਇਆ ਸੀਗਾ, ਡਿਲੀਵਰ ਵੀ ਹੋ ਚੁੱਕਾ ਹੈ। ਹੁਣ ਇੰਡੀਆ 'ਚ ਕਿੰਨੇ ਦਿਨਾਂ ਦਾ ਹੁੰਦਾ ਹੈ, 45 ਡੇਜ਼ ਤੋਂ ਉੱਪਰ ਹੋ ਚੁੱਕਾ ਹੈ, ਕੀ ਗਾਣਾ 'ਚ ਬੰਦੇ ਗਏ, ਤਾਂ ਦੇਖਣ ਵਾਲੀ ਗੱਲ ਹੋਗੀ ਕਿ ਕਿੰਨਾ ਟਾਈਮ ਲੱਗਦਾ ਹੁਣ। ਜੀ ਸੰਗਤ ਜੀ, ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗਾ ਕਿ ਅਸੀਂ ਇੱਕ ਪੋਲ ਵੀ ਐਸੇ ਉੱਪਰ ਇੱਕ ਕ੍ਰੀਏਟ ਕਰ ਰਹੇ ਹੈਗੇ ਆ। ਔਰ ਸਾਡਾ ਸਵਾਲ ਹੈਗਾ, ਵੁੱਡ ਦਿਸ ਇਕਨੋਮਿਕ ਪੈਕੇਜ ਬੀ ਹੈਲਪਫੁਲ ਟੂ ਇੰਡੀਆ? ਯੈਸ ਔਰ ਨੋ ਦੇ ਵਿੱਚ ਦੋ ਸਵਾਲ ਹੈਗੇ ਆ। ਸੋ ਇਹਦੇ ਬਾਰੇ ਤੁਸੀਂ ਜਿਹੜਾ ਹੈਗਾ, ਤੁਸੀਂ ਆਪਣੇ ਜੋ ਕੁਝ ਕਮੈਂਟਸ ਹੈਗੇ ਤੁਸੀਂ ਉਹ ਵੀ ਜੋ ਕਿ ਦੇ ਸਕਦੇ ਹੋ ਕਿ ਤੁਹਾਨੂੰ ਲੱਗਦਾ ਕਿ ਇਹ ਹੈਲਪ ਕਰੇਗਾ ਜਾਂ ਨਹੀਂ ਕਰੇਗਾ। ਐਸੇ ਜਿਹੜੇ ਅਸੀਂ ਇਸ ਦੇ ਬਾਰੇ ਜਿਹੜਾ ਹੈਗਾ
ਜੋ ਤੁਹਾਡੇ ਰਿਜ਼ਲਟਸ ਜਿਹੜੇ ਹੈਗੇ ਉਹ ਅਸੀਂ ਉਹ ਵੀ ਪਬਲਿਸ਼ ਕਰਾਂਗੇ ਕਿ ਕਿੰਨੇ % ਲੋਕੀ ਇਸ ਦੇ ਨਾਲ ਸਹਿਮਤ ਜਾਂ ਨਹੀਂ ਹੈ, ਕਿਉਂਕਿ ਆਲ ਓਵਰ ਜਿਹੜਾ ਹੈਗਾ ਸਾਰੀ ਇਹ ਪਬਲਿਕ ਰਾਏ ਹੈਗੀ ਹੈ ਔਰ ਪਬਲਿਕ ਦੀ ਜਿਹੜੀ ਹੈਗੀ ਅਸੀਂ ਓਪੀਨੀਅਨ ਜ਼ਰੂਰ ਲਵਾਂਗੇ ਇਸ ਦੇ ਵਿੱਚ। ਸੋ ਪੋਲਸ ਦੇ ਵਿੱਚ ਵੀ ਹੋਰ ਕਮੈਂਟਸ ਜਿਹੜੇ ਹੈਗੇ ਪੋਲਸ ਦੇ ਵਿੱਚ ਆਨੇ ਸ਼ੁਰੂ ਵੀ ਹੋ ਗਏ ਆ, ਜੋ ਹਜੇ ਲੋਕ ਕਹਿ ਰਹੇ ਆ ਕਿ ਨੋ। ਤੇ ਇਹ ਦੇਖਦੇ ਆ ਕਿ ਜੋ ਅਖੀਰ ਤੱਕ ਜੋ ਪ੍ਰੋਗਰਾਮ ਚੱਲਦਾ ਉਸ ਦੇ ਵਿੱਚ ਕੀ ਸਾਡੇ ਕਮੈਂਟਸ ਆਉਂਦੇ ਆ। ਤੁਸੀਂ ਆਪਣੇ ਸਵਾਲ ਜਿਹੜੇ ਹੈਗੇ ਆ ਪੁੱਛ ਸਕਦੇ ਹੈਗੇ ਹੋ, ਜੋ ਸਕਰੀਨ ਦੇ ਉੱਪਰ ਜੋ ਨੰਬਰ ਆ ਰਹੇ ਨੇ ਤੁਸੀਂ ਉਹ ਸਕਰੀਨ ਦੇ ਉੱਪਰ ਜੋ ਆ ਰਹੇ ਨੰਬਰਾਂ ਤੇ ਕਾਲ ਕਰਕੇ ਜਿਹੜਾ ਹੈਗਾ ਜੁਆਇਨ ਦਿਸ ਸ਼ੋ ਬਾय ਕਾਲਿੰਗ ਔਨ 7410131313। ਜੀ ਹਾਂ, ਇਸ ਦੇ ਉੱਪਰ ਤੁਸੀਂ ਕਾਲ ਕਰਕੇ 7410131313 ਤੇ ਕਾਲ ਕਰਕੇ ਸਾਡੇ ਨਾਲ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਤੇ ਜੇ ਤੁਹਾਡਾ ਕੋਈ ਸਵਾਲ ਹੈਗਾ ਅਸੀਂ ਉਹਦਾ ਵੀ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਉਸ ਤੋਂ ਇਲਾਵਾ ਜੇ ਤੁਹਾਡੀ ਕੋਈ ਗੱਲ ਹੈਗੀ ਹੈ ਅਸੀਂ ਉਹ ਵੀ ਜਿਹੜੀ ਹੈਗੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਕੀ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਜੋ ਪੈਕੇਜ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ, ਕਿਉਂਕਿ ਹਜੇ ਵੀ ਕਈ ਸਵਾਲ ਐਸੇ ਬਣੇ ਹੋਏ ਆ ਕਿਉਂਕਿ ਟ੍ਰੇਨਾਂ ਵੀ ਜਿਹੜੀ ਹੈਗੀਆਂ ਸ਼ੁਰੂ ਕੀਤੀ ਗਈਆਂ, ਹਾਲਾਂਕਿ ਉਹ ਗਿਣਤੀ ਦੇ ਵਿੱਚ ਸ਼ੁਰੂ ਕੀਤੀ ਗਈਆਂ। ਲੋਕਾਂ ਦੇ ਜੋ ਟਵੀਟਸ ਹੈਗੇ ਆ ਅਸੀਂ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕੀ ਕੀ ਟਵੀਟਸ ਕਰ ਰਹੇ ਆ, ਕਿ ਜਿਹੜਾ 10% ਆਫ GDP ਜਿਹੜਾ ਹੈਗਾ ਇਹ ਹੈਸ਼ਟੈਗ ਚੱਲ ਰਿਹਾ ਉਹ ਸੀ, ਉਸ ਹੈਸ਼ਟੈਗ ਨੂੰ ਜਿਹੜਾ ਅਸੀਂ ਦਿਖਾ ਰਹੇ ਹਾਂ। ਔਰ ਰਵਿੰਦਰ ਸਿੰਘ ਜੀ 10% ਆਫ GDP ਇਹਦੀ ਗੱਲ ਕੀਤੀ ਜਾ ਰਹੀ ਹੈ, ਇਹ ਕੀ ਹੈ, ਕਿਸ ਤਰ੍ਹਾਂ ਤੁਸੀਂ ਇਹਨੂੰ ਸਮਝਾਓਗੇ? ਔਰ ਸੰਗਤ ਨੂੰ ਅਸੀਂ ਬੇਨਤੀ ਕਰਦੇ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਆਪਣੀ ਗੱਲ ਰੱਖ ਸਕਦੇ ਹੋ, 7410131313 ਤੇ ਕਾਲ ਕਰਕੇ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ। ਹਾਂਜੀ, 10% ਆਫ GDP ਜੋ ਰਵਿੰਦਰ ਸਿੰਘ ਜੀ ਤੁਸੀਂ ਇਹਦੇ ਤੋਂ ਕੀ ਸਮਝਦੇ ਹੋ? हाँ जी, GDP ਤਾਂ ਮਤਲਬ ਨਰਿੰਦਰ ਮੋਦੀ ਜੀ ਨੇ ਇੱਥੇ ਕਲੀਅਰ ਕੀਤਾ ਕਿ ਉਹਨਾਂ ਨੇ ਐਗਜ਼ੈਕਟਲੀ ਨੰਬਰ ਦੇਣ ਦੀ ਥਾਂ ਤੇ ਉਹਨੂੰ ਇਦਾਂ ਕਿਹਾ ਕਿ ਇੰਨਾ ਵੱਡਾ ਪੈਕੇਜ ਹੈਗਾ। ਇਹਨੂੰ ਉਹਨਾਂ ਨੇ ਪਿਛਲੇ ਪੈਕੇਜ ਜਿਹੜਾ RBI ਵੱਲੋਂ ਆਇਆ ਸੀਗਾ, ਤੁਹਾਨੂੰ ਪਤਾ ਹੋਣਾ, ਇਹਦੇ ਪਿਛ ਕੁਝ ਦਿਨਾਂ ਪਹਿਲਾਂ RBI ਨੇ ਆਪਣੇ ਵੱਲੋਂ ਵੀ ਇੱਕ ਪੈਕੇਜ ਦਿੱਤਾ ਸੀ ਬੈਂਕਾਂ ਦੇ ਥਰੂ ਲੋਨ ਲੈਣ ਦੇ ਲਈ, ਜਿਹਦੇ ਵਿੱਚ ਕਾਫੀ ਬੈਂਕਾਂ ਕਾਫੀ ਕਮ ਇੰਟਰਸਟ ਤੇ ਲੋਨ ਦੇ ਰਹੀ ਸੀ। ਤਾਂ ਉਹਨਾਂ ਨੇ ਉਹਨਾਂ ਨੂੰ ਦੋਨਾਂ ਨੂੰ ਜੋੜ ਕੇ ਕਿਹਾ ਕਿ ਇਹ ਜਦੋਂ ਦੋਨੋਂ ਰਕਮ ਨੂੰ ਜੋੜਦੇ ਆ ਤਾਂ ਉਹ GDP ਦੇ 10% ਦੇ ਬਰਾਬਰ ਪਹੁੰਚਦੀ ਹੈ, ओके, जो कि काफी बड़ी रकम होती है ਆਉਣ ਵਾਲੇ ਸਮੇਂ ਦਾ। ਅਗਰ ਉਹਨੂੰ ਕੈਲਕੂਲੇਟ ਕਰੇ ਤਾਂ ਕਿਸੇ ਵੀ ਦੇਸ਼ ਦੀ ਅਗਰ ਤੁਸੀਂ GDP ਦੇ ਹਿਸਾਬ ਨਾਲ ਉਹਨੂੰ ਕੈਲਕੂਲੇਟ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਚੇਤਾ ਹੋਣਾ ਜਦੋਂ ਪਿਛਲੀ ਵਾਰ ਹੁਣੇ ਨਿਰਮਲਾ ਸੀਤਾਰਮਣ ਨੇ ਆਪਣਾ ਬਜਟ ਪੇਸ਼ ਕੀਤਾ ਸੀ, ਉਹਨਾਂ ਨੇ ਕਿਹਾ ਸੀ ਸਾਡੀ ਹੁਣ ਅਰਥ ਵਿਵਸਥਾ ਨੂੰ ਅਸੀਂ 5 ਟ੍ਰਿਲੀਅਨ ਤੇ ਲੈ ਜਾਣਾ, ਅਗਰ ਗਲਤ ਨਹੀਂ ਹੈ ਤਾਂ ਉਹਨਾਂ ਨੇ ਇੱਦਾਂ ਦਾ ਕੁਝ ਕਿਹਾ ਸੀਗਾ। ਤਾਂ ਉਸੇ GDP ਦੇ 10% ਜਿੰਨਾ ਇੰਡੀਆ ਦਾ ਸਾਰਾ ਖਰਚਾ ਹੈਗਾ ਉਹਦਾ 10% ਦੇ ਬਰਾਬਰ ਦਾ ਆਰਥਿਕ ਰਾਹਤ ਪੈਕੇਜ ਹੈ। ਮੈਂ ਕਹਿਣਾ ਚਾਹੂੰਗਾ ਕਿ ਪੈਕੇਜ ਸਹੀ ਹੋਣਾ ਜਾਂ ਗਲਤ ਹੋਣਾ ਉਹ ਆਉਣ ਵਾਲੇ ਸਮੇਂ ਤੇ ਡਿਸਾਈਡ ਕਰੇਗਾ ਕਿ ਇਹਦੇ ਨਾਲ ਕੋਈ ਫਰਕ ਪਏਗਾ ਜਾਂ ਨਹੀਂ ਪਏਗਾ। ਲੇਕਿਨ ਫਿਲਹਾਲ ਇਹਦੇ ਆਇਆ ਹੈ ਸਰਕਾਰ ਵੱਲੋਂ, ਆ ਬਹੁਤ ਬੜੀ ਰਾਹਤ ਦੀ ਗੱਲ ਹੈ। ਹੁਣ ਆ ਕਿਸ ਤਰੀਕੇ ਨਾਲ ਡਿਲੀਵਰ ਹੁੰਦਾ ਹੈ, ਲੋਕਾਂ ਨੂੰ ਇਹਨੂੰ ਕਿੱਦਾਂ ਫਾਇਦਾ ਹੁੰਦਾ ਹੈ, ਉਹਦੇ ਨਾਲ ਪਤਾ ਲੱਗੇਗਾ ਕਿ ਕੱਲ ਸਰਕਾਰ ਕਿਹੜੀ ਪਾਲਿਸੀਜ਼ ਲੈ ਕੇ ਆਉਂਦੀ ਹੈ। ਕਿਉਂਕਿ ਇੰਡੀਆ 'ਚ ਕਿੰਨੇ ਸਾਰੇ ਸੈਕਟਰਸ ਹੈ, ਅਸੀਂ ਕ੍ਰੀਏਟਿਵ ਸੈਕਟਰਸ ਨੂੰ ਵੀ ਦੇਖ ਲਿਓ, ਇੰਨਾ ਵੱਡਾ ਮੁੰਬਈ ਹੈ, सारे क्रिएटिव इंडस्ट्री है वो बिल्कुल अनऑर्गेनाइज सेक्टर है। फिल्म इंडस्ट्री अनऑर्गेनाइज सेक्टर है। अगर तुसी कोई भी सेक्टर देख लो, क्योंकि रेडी वाले हैं, कोई ठेले वाले हैं, कोई बार कोई चपड़ी चाट की दुकान शॉप वाले हैं, वो सारा अनऑर्गेनाइज सेक्टर है। ऑर्गेनाइज सेक्टर की होता जिदा मान लो कपड़ा उद्योग है, कपड़ा उद्योग एक ऑर्गेनाइज सेक्टर है, उत्ते पैसा पहुंचाना है, उन्होंने पता है ਉਹਦੇ ਥਰੂ ਜਾਣਾ, ਇੱਕ ਚੇਨ ਸਿਸਟਮ ਹੈ। ਲੇਕਿਨ ਅਨਆਰਗੇਨਾइज ਸੈਕਟਰ 'ਚ ਪੈਸਾ ਪਹੁੰਚਾਉਣ ਦਾ ਇੱਥੇ ਇਹਨੂੰ ਸਮਝਣ ਦੀ ਗੱਲ ਹੈ ਕਿ ਹੈ ਕਿ ਪੈਸਾ ਪਹੁੰਚਾਉਣ ਦਾ ਮਤਲਬ ਆ ਹੈ ਕਿ ਜਿਹੜੇ 3 ਮਹੀਨਿਆਂ 'ਚ 3-4 ਮਹੀਨਾ ਕੋਰੋਨਾ ਚੱਲਿਆ, ਉਹਦੇ ਵਿੱਚ ਤੁਹਾਡੇ ਸਾਰੇ ਵਪਾਰ ਬੰਦ ਰਿਹਾ, ਤੁਹਾਡਾ ਸਾਰਾ ਟਰਨਓਵਰ ਜ਼ੀਰੋ ਰਿਹਾ, ਕੁਝ ਬਿਜ਼ਨਸ ਨਹੀਂ ਹੋਇਆ। ਤਾਂ ਸਰਕਾਰ ਤੁਹਾਨੂੰ ਉਸ ਸਮੇਂ ਦੀ ਮਤਲਬ ਵਰਤੋਂ ਦੀ ਜਿੰਨਾ ਸਮੇਂ ਤੁਹਾਡਾ ਗੁਜ਼ਰਿਆ ਉਸ ਟਾਈਮ ਦਾ ਜਿੰਨਾ ਪੈਸਾ ਤੁਸੀਂ ਟਰਨਓਵਰ 'ਚ ਆ ਸਕਦਾ ਸੀ, ਜਿਹੜਾ ਬਾਹਰਲੇ ਦੇਸ਼ਾਂ 'ਚ ਹੋਇਆ, ਮੈਂ ਸਿਰਫ ਅਨੁਮਾਨ ਲਗਾਉਂਦਾ ਪਿਆ ਕਿ ਕੀ ਹੋ ਸਕਦਾ, ਉਸ ਟਾਈਮ ਦਾ ਤੁਹਾਨੂੰ ਪੈਸਾ ਸਰਕਾਰ ਸਿੱਧਾ ਦੇ ਦੇਗੀ ਕਾਫੀ ਕਮ ਇੰਟਰਸਟ ਤੇ। ਯਾਨੀ ਕਿ ਨਾਰਮਲ ਅਗਰ ਜਿੱਦਾਂ ਇੰਡੀਆ 'ਚ ਇੰਟਰਸਟ ਲੋਨ ਹੁੰਦਾ 10%, 11%, 12%, तो इस लोन ਦੀ ਜਿਹੜੀ ਇੰਟਰਸਟ ਹੋਏਗੀ वो होएगी 6-7% ਦੇ ਆਸ-ਪਾਸ। ਅੰਦਾਜ਼ਾ ਹੈ, ਕੱਲ ਸਵੇਰ ਦੀ ਕਲੀਅਰਿਟੀ ਪਤਾ ਲੱਗੂਗੀ। तो ਇੰਨੇ ਕਮ ਇੰਟਰਸਟ ਤੇ ਹੋਏਗਾ, ਨਾਲ ਹੀ ਇਸ ਪੂਰੇ ਪੈਕੇਜ ਨੂੰ ਉਹ ਬੈਂਕਾਂ ਦੇ ਥਰੂ ਹੋਏਗਾ। ਜਦੋਂ ਕੋਈ ਵੀ ਬੈਂਕ ਲੋਨ ਦੇਗੀ, ਅਗਰ ਕੋਈ ਡਿਫਾਲਟਰ ਹੋ ਜਾਂਦਾ ਕੋਈ ਬੰਦੇ ਨੂੰ ਟਾਈਮ, ਤਾਂ ਉਹਨੂੰ ਜ਼ਿਆਦਾ ਟਾਈਮ ਦੇ ਲਈ ਲੋਨ ਹੋਗਾ, ਯਾਨੀ ਕਿ 6-7 ਸਾਲ ਜਾਂ 10 ਸਾਲ ਦੇ ਲਈ ਵੀ ਇਹਦੀ ਅਵਧੀ ਹੋਏਗੀ, ਜਿਹਨੂੰ ਉਹ ਆਪਣੇ ਆਰਾਮ ਨਾਲ ਵਾਪਸ ਚੁਕਾ ਸਕਦਾ। ਇਹਦੇ ਨਾਲ ਹੋਏਗਾ ਕਿ ਜਿਹੜੇ ਲੋਕਾਂ ਦਾ ਬਿਲਕੁਲ ਧੰਦਾ ਬੰਦ ਪਿਆ ਉਹਨਾਂ ਨੂੰ ਥੋੜੀ ਹੈਲਪ ਮਿਲੇਗੀ, ਉਹ ਸਾਰੀ ਚੀਜ਼ਾਂ ਨੂੰ ਆਰਗੇਨਾਈਜ਼ ਕਰ ਪਾएंगे। ਆ ਰਾਹਤ ਪੈਕੇਜ ਹੁੰਦਾ ਆ ਕਈ ਸਮਿਆਂ ਤੇ ਆਉਂਦਾ ਹੈ ਅਲੱਗ-ਅਲੱਗ ਟਾਈਮ ਤੇ, ਲੇਕਿਨ ਇਸ ਜਿਹੜਾ ਆ ਰਾਹਤ ਪੈਕੇਜ ਹੈ ਆਪਣੇ ਆਪ 'ਚ ਵੱਡਾ ਇਹਦੇ ਕਰਕੇ ਹੈ ਕਿ ਆਲ ਓਵਰ ਇੰਡੀਆ 'ਚ ਐਪਲੀਕੇਬਲ ਹੈਗਾ।
ਨਾਰਮਲੀ ਕੀ ਹੁੰਦਾ ਕਿਸੇ ਕੋਈ ਪਾਰਟਿਕੂਲਰ ਸੈਕਟਰ 'ਚ ਕਮਜ਼ੋਰੀ ਆਉਂਦੀ ਹੈ ਜਦੋਂ ਹੂੰ ਕੋਈ ਸੈਕਟਰ ਬਰਬਾਦ ਹੋ ਜਾਂਦਾ ਜਿੱਦਾਂ ਹੂੰ ਉਸ ਸੈਕਟਰ ਦੇ ਵਿੱਚ ਰਾਹਤ ਪੈਕੇਜ ਆਉਂਦੇ हैं ਲੇਕਿਨ ਆ ਹੂੰ ਰਾਹਤ ਪੈਕੇਜ ਪੂਰੇ ਇੰਡੀਆ ਦੇ ਸਾਰੇ ਸੈਕਟਰਸ ਦੇ ਲਈ ਹੈ ਸਾਰੇ ਹੀ ਉਦਯੋਗਾਂ ਦੇ ਲਈ ਹੈ ਜਿੱਦੇ ਵੀ ਇਹਨੂੰ ਯੂਜ਼ ਕਰ ਸਕਦੇ हैं ਕਿੱਦਾਂ ਯੂਜ਼ ਹੂੰ ਕरेंगे ਇਹਦੇ ਬਾਰੇ ਗਵਰਨਮੈਂਟ ਪਾਲਿਸੀਜ਼ ਆਏਗੀ ਤਾਂ ਅੱਛਾ ਪਤਾ ਇੱਕ ਲੱਗੂਗਾ ਇੱਕ ਕਿੱਦਾਂ ਸਵਾਲ ਇਹ ਆ ਰਿਹਾ ਕਿ ਇਹ ਜਿਹੜਾ ਹੈਗਾ ਜਿਹੜਾ ਪੈਕੇਜ ਜਿਹੜਾ ਆ ਰਿਹਾ ਕਿ ਇਹ ਇੰਡੀਅਨ ਜੋ ਗਵਰਨਮੈਂਟ ਆਪਣੇ ਫੰਡ ਤੋਂ ਦੇ ਰਹੀ ਹੈ ਜਾਂ ਕੀ ਹੈ ਵਰਲਡ ਬੈਂਕ ਤੋਂ ਆ ਰਿਹਾ ਹੈ ਇਹ ਸਵਾਲ ਕੁਝ ਆਪਾਂ ਦੇਖ ਰਹੇ ਹਾਂ ਟਵੀਟ ਦੇ ਵਿੱਚ ਵੀ ਲੋਕ ਪੁੱਛ ਰਹੇ ਆ ਕਿ ਜੀ ਇਹ ਇੰਡੀਅਨ ਇਹਦੇ ਗਵਰਨਮੈਂਟ ਦਾ ਆਪਣਾ ਸਰਕਾਰ ਪੈਕੇਜ ਹੈ। ਹਾਂ ਜੀ ਸਰਕਾਰ ਇਹਦੇ ਵੱਲੋਂ ਕੀ ਕਰਦੀ ਹੈ ਸਰਕਾਰ ਆਪਣੇ ਵੱਲੋਂ ਪੈਸਾ ਇਕੱਠਾ वो कित्थों लांदी है वो सरकार अपने डिटेल से दसती है कि वो पैसा वो कित्थों लाई है वो उन्होंने कुछ पैसा अपने कोस्टों दिंदी है कित्थों वो वर्ल्ड बैंक चो उधार लेके दिंदी है या अपने कुछ करंसी ਨੂੰ ਜਿੱਦਾਂ ਡਾਲਰਸ ਨੂੰ ਵੇਚ ਕੇ ਔਰ ਵਾਪਸ ਕਨਵਰਟ ਕਰਕੇ ਲੈਂਦੀ ਹੈ ਉਹ ਸਰਕਾਰ ਤੇ ਡਿਪੈਂਡ ਹੈਗਾ ਇੱਕ ਜਿਹਦਾ ਘਰਾਂ 'ਚ ਨਹੀਂ ਹੁੰਦਾ ਕਿ ਇੱਕ ਸੇਫ ਮਨੀ ਹੈਗੀ ਹੈ ਹੁਣ ਜ਼ਰੂਰਤ ਹੈਗਾ ਤਾਂ ਉਹਨਾਂ ਨੇ ਕੱਢਿਆ ਹੋਣਾ ਹੋ ਸਕਦਾ ਹੈ ਸਰਕਾਰ ਦੇ ਉਹ ਡਿਪੈਂਡ ਕਰਦਾ ਇਹਦੀ ਡਿਟੇਲਿੰਗ ਤੋਂ ਜਦੋਂ ਆਏਗੀ ਤਾਂ ਹੀ ਪਤਾ ਲੱਗੂਗਾ कि वो कित्थों आया है या पैसा कित्थों आया क्योंकि ਅੱਛਾ आज ਦੀ ਪੂਰੀ 25 ਮਿੰਟ ਦੇ ਦਿੱਕਤ ਦੀ ਪੂਰੀ ਸਪੀਚ ਤੇ ਅਗਰ ਤੁਸੀਂ ਧਿਆਨ ਨਾਲ ਸੁਣੋ ਤਾਂ ਪ੍ਰਧਾਨ ਮੰਤਰੀ ਨੇ ਆਪਣੇ ਵੱਲੋਂ ਸਿਰਫ ਦੋ ਗੱਲਾਂ ਹੀ ਕਹੀ ਸੀ ਇੱਕ 20 ਲੱਖ ਕਰੋੜ ਦਾ ਨੰਬਰ ਔਰ ਸੈਕੰਡ ਲਾਕਡਾਊਨ 4.0 ਹੋਏਗਾ ਬਾਕੀ ਸਾਰੀ ਗੱਲਾਂ ਉਹਨਾਂ ਦੀ ਜੁਮਲੇਬਾਜ਼ੀ ਸੀ ਕਹਿ ਸਕਦੇ ਹਾਂ ਜਿਹਦੇ ਵਿੱਚ ਉਹ ਉਹਨਾਂ ਨੇ ਆਪਣੇ ਤਰੀਕੇ ਨਾਲ ਉਹਨਾਂ ਦਾ ਜਿਹੜਾ ਬੋਲਣ ਦਾ ਅੰਦਾਜ਼ ਹੈ ਉਸ ਤਰੀਕੇ ਨਾਲ ਉਹਨਾਂ ਨੇ ਅੱਛਾ ਸੈਲਫ ਡਿਪੈਂਡੈਂਟ ਹੋਣ ਦੀ ਵੀ ਗੱਲ ਕੀਤੀ ਗਈ ਹੈ ਕਿ ਬਈ ਸੈਲਫ ਡਿਪੈਂਡੈਂਟ ਇੰਡੀਆ ਹੋਏਗਾ ਆਤਮ ਨਿਰਭਰ ਹੋਣ ਦੀ ਗੱਲ ਕੀਤੀ ਗਈ ਹੈਗੀ ਆ ਇਸ ਤੋਂ ਕੀ ਲੱਗਦਾ ਯਾਨੀ ਕਿ ਸਾਨੂੰ ਕਰੋਨਾ ਦੇ ਵਿੱਚ ਜਿਹੜਾ ਹੈਗਾ ਇਸ ਮਾਹੌਲ ਦੇ ਵਿੱਚ ਰਹਿ ਕੇ ਸਾਨੂੰ ਜੀਵਨ ਆਪਣਾ ਬਸਰ ਕਰਨਾ ਪਏਗਾ ਕਿ ਹਿੱਸਾ ਬਣ ਜਾਏਗਾ ਕਰੋਨਾ ਸਾਡੇ ਦੇਸ਼ ਦਾ ਮਤਲਬ ਕਿ ਸਾਡੇ ਜੀਵਨ ਦਾ ਜਾਂ ਆਮ ਜਿਸ ਤਰ੍ਹਾਂ ਬਿਮਾਰੀ ਲੋਕਾਂ ਨੂੰ ਹੁੰਦੀ ਹੈਗੀ ਆ ਜਾਂ ਜਿਸ ਤਰ੍ਹਾਂ HIV ਹੈ ਜਾਂ ਕੈਂਸਰ ਹੈ ਕਿ ਉਸ ਤਰੀਕੇ ਕਰੋਨਾ ਦੇ ਨਾਲ ਲੈ ਕੇ ਜੀਣਾ ਪਏਗਾ ਯਾਨੀ ਕਿ ਇਹ ਜਿਹੜੀ ਸੋਸ਼ਲ ਡਿਸਟੈਂਸਿੰਗ ਸਾਨੂੰ ਕੀ ਲਾਈਫ ਟਾਈਮ ਵਾਸਤੇ ਰਹੇਗੀ। ਹਾਂ ਉਹਨਾਂ ਨੇ ਇੱਕ ਐਗਜ਼ਾਮਪਲ ਦੇ ਕੇ ਦੱਸਿਆ ਕਿ ਜਦੋਂ ਕੋਰੋਨਾ ਦੇ ਪਹਿਲਾ ਪ੍ਰੀ ਕੋਰੋਨਾ ਸਟੇਜ ਜਿਹੜੀ ਆਪਾਂ ਕਹਿੰਦੇ ਜਦੋਂ ਆਪਣੇ ਕੋਲ ਇੱਕ ਵੀ ਇੱਥੇ ਮਰੀਜ਼ ਨਹੀਂ ਸੀ ਉਸ ਵੇਲੇ ਇੰਡੀਆ 'ਚ ਕੋਈ PPE ਕਿਟ ਨਹੀਂ ਬਣਾਉਂਦਾ ਸੀਗਾ ਸਾਰੀ ਬਾਹਰੋਂ ਆਉਂਦੀ ਸੀ PPE ਕਿਟ ਹੁੰਦੀ ਕਿ ਆਪਾਂ ਨੂੰ ਕਦੀ ਸ਼ਾਇਦ ਕਿਸੇ ਨੇ ਯੂਜ਼ ਵੀ ਨਹੀਂ ਕੀਤੀ ਸੀ ਲੇਕਿਨ ਹੁਣ ਅੱਜ ਦੀ ਸਟੇਜ ਤੇ ਇੰਡੀਆ ਰੋਜ਼ 2 ਲੱਖ PPE ਕਿਟ ਬਣਾਉਂਦਾ ਪਿਆ ਉਹ ਅਚਾਨਕ ਕਿੱਥੋਂ ਆਏ ਉਹਨਾਂ ਨੇ ਲੋਕਾਂ ਨੇ ਕਿੱਦਾਂ ਬਣਾਉਣੀ ਚਾਲੂ ਕਰਤੀ ਉਹ ਆਪਣੇ ਆਪ 'ਚ ਵੱਡੀ ਗੱਲ ਹੈ। ਮੈਂ ਐਗਜ਼ਾਮਪਲ ਦਿੰਦਾ ਇਹਦੇ ਵਿੱਚ ਕਿਉਂਕਿ ਗਾਂਧੀ ਨਗਰ ਦਾ ਜੋ ਦਿੱਲੀ ਦਾ ਈਸਟ ਦਿੱਲੀ ਦਾ ਇਲਾਕਾ ਹੈਗਾ ਉੱਥੇ ਮੋਸਟਲੀ ਜੋ ਫੈਕਟਰੀ ਹੈ ਕੱਪੜਿਆਂ ਦੀ ਫੈਕਟਰੀ ਹੈਗੀ ਆ ਤੇ ਕੁਝ ਜਿਹੜੀ ਕੱਪੜਾ ਫੈਕਟਰੀ ਸੀਗੀ ਜਿਹੜੇ ਪਜਾਮਾ ਵਗੈਰਾ ਸਮਥਿੰਗ ਕੁਝ ਬਣਾਉਂਦੇ ਸੀਗੇ ਜਾਂ ਜੋ ਪਲਾਸਟਿਕ ਦਾ ਕੁਝ ਬਣਾਉਂਦੇ ਸੀਗੇ ਉਹਨਾਂ ਲੋਕਾਂ ਨੇ ਵੀ ਜਿਹੜਾ ਹੈਗਾ ਇਹ ਜੋ ਬਣਾਉਣੀ ਸ਼ੁਰੂ ਕੀਤੀ ਔਰ ਇਸ ਦੇ ਵਿੱਚ ਜਿਹੜਾ ਹੈਗਾ ਉਹਨਾਂ ਲੋਕਾਂ ਵੱਲੋਂ ਵੀ ਜਿਹੜੇ ਸ਼ਾਇਦ ਰੇਨਕੋਟ ਵਗੈਰਾ ਵੀ ਬਣਾਉਂਦੇ ਸੀ ਉਹਨਾਂ ਨੇ ਵੀ PPE ਕਿਟ ਜਿਹੜਾ ਹੈਗਾ ਬਣਾਉਣੀ ਸ਼ੁਰੂ ਕੀਤੀ ਯਾਨੀ ਹੋਰ ਦੇਖਿਆ ਜਾ ਰਿਹਾ ਕਿ ਕਾਫੀ ਲੋਕ ਜੋ ਸੈਨੀਟਾਈਜ਼ਰ ਦਾ ਵੀ ਬਿਜ਼ਨਸ ਕਰ ਰਹੇ ਆ ਸੈਨੀਟਾਈਜ਼ਰ ਵੀ ਦੇ ਰਹੇ ਯਾਨੀ ਕਿ ਇੰਡੀਆ ਜੋ ਹੈ ਇੱਕ ਨਵੇਂ ਬਿਜ਼ਨਸ ਵੱਲ ਵੱਧ ਰਿਹਾ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਭਾਵੇਂ ਰੋਜ਼ਗਾਰ ਦਾ ਸਾਧਨ ਦੇਖ ਕੇ ਜਾਂ ਅਪੋਰਚੁਨਿਟੀ ਦੇਖ ਕੇ ਕਿਸੇ ਵੀ ਤਰੀਕੇ ਕਰਕੇ ਲੋਕੀ ਇਸ ਨਵੇਂ ਬਿਜ਼ਨਸ ਵੱਲ ਆ ਰਹੇ ਆ ਆਪਾਂ ਦੇਖਿਆ ਹੋਰ PPE ਕਿਟ ਜਿਹੜੀ ਹੈਗੀ ਇੰਡੀਆ ਦੇ ਵਿੱਚ ਜੇ ਆਪਾਂ ਜਾਈਏ ਤਾਂ 4-4 5-500 ਰੁਪਏ ਦੇ ਵਿੱਚ ਵੀ ਅਵੇਲੇਬਲ ਹੋਣੀ ਸ਼ੁਰੂ ਹੋ ਗਈ ਹੈ ਇਸ ਟਾਈਮ ਦੇ ਵਿੱਚ ਸਟਾਰਟਿੰਗ 'ਚ ਦੇਖਿਆ ਕਿ 2-2 3-3 4-4 5-5 ਹਜ਼ਾਰ ਦੀ ਵਿਕਦੀ ਸੀ ਕਿਉਂਕਿ ਸ਼ਾਰਟੇਜ ਸੀਗੀ ਪਰ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਬਣਾਉਣੀ ਸ਼ੁਰੂ ਕੀਤੀ ਤੇ ਆਪਾਂ ਉਹਦੇ ਵਿੱਚ ਇਹ ਦੇਖਣ ਆਇਆ ਕਿ 400 ਤੱਕ ਵੀ PPE ਕਿਟ ਬਣਨੀ ਸ਼ੁਰੂ ਹੋ ਗਈ ਸੋ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਦੀ ਜਿਹੜੇ ਹੁਣ ਇੱਕ ਨਵੀਂ ਤਰੀਕੇ ਦੀ ਇੰਡਸਟਰੀ ਆਏਗੀ ਯਾਨੀ ਕਿ ਜਿਹੜੇ ਸੈਨੀਟਾਈਜ਼ਰ ਦੀ ਸੇਲ ਜਿਸ ਤਰੀਕੇ ਕਿਉਂਕਿ ਇੱਕ ਟਾਈਮ ਸੀਗਾ ਕਿ ਸੈਨੀਟਾਈਜ਼ਰ ਬਹੁਤ ਮਹਿੰਗੇ ਹੋ ਗਏ ਮਿਲਨੇ ਬੰਦ ਹੋ ਗਏ ਕਿ ਮਤਲਬ ਬਹੁਤ ਜ਼ਿਆਦਾ ਜਿਹੜਾ ਬਲੈਕ ਵੀ ਹੋਣੇ ਲੱਗੇ ਪਰ ਉਸ ਤੋਂ ਬਾਅਦ ਇੱਕ ਐਸਾ ਟਾਈਮ ਆਇਆ ਕਿ ਹਰ ਗਲੀ ਦੇ ਵਿੱਚ ਹੁਣ ਸੈਨੀਟਾਈਜ਼ਰ ਮਿਲਣਾ ਆਸਾਨ ਹੈ ਤੁਹਾਨੂੰ ਈਜ਼ੀਲੀ ਮਿਲ ਸਕਦਾ ਹੈਗਾ ਦੂਸਰਾ ਹੈ ਕਿ ਮਾਸਕ ਜਿਹੜੀ ਹੈਗੀ ਹੈ ਮਾਸਕ ਦੀ ਇੰਨੀ ਮਾਸ ਡਿਵੈਲਪਮੈਂਟ ਕੀਤੀ ਗਈ ਜਿਹੜੇ ਲੇਡੀਜ਼ ਟੇਲਰ ਸੀਗੇ ਜਿਹੜੀਆਂ ਟੇਲਰਿੰਗ ਦਾ ਕੰਮ ਕਰਦੇ ਸੀਗੇ ਉਹਨਾਂ ਨੇ ਵੀ ਜਿਹੜਾ ਮਾਸਕ ਬਣਾ ਕੇ ਭਾਵੇਂ ਉਹ ਸੇਲ ਕੀਤੇ ਆ ਵੰਡੇ ਵਟਐਵਰ ਹੈ ਪਰ ਇਹ ਕਿ ਇੱਕ ਡਿਫਰੈਂਟ ਤਰੀਕੇ ਦਾ ਜਿਹੜਾ ਹੈਗਾ ਨਾ ਲੋਕੀ ਇਸ ਮਾਮਲੇ ਵਿੱਚ ਕਰੋਨਾ ਨੂੰ ਲੈ ਕੇ ਸਾਹਮਣੇ ਆਏ ਸੀਗੇ ਤੁਹਾਨੂੰ ਕੀ ਲੱਗਦਾ ਜੀ ਇੰਡੀਆ 'ਚ ਆ ਗੱਲ ਕਾਫੀ ਆਪਾਂ ਜਿਹੜੇ ਆਪਾਂ ਇੰਡੀਆ 'ਚ ਰਹਿੰਦੇ ਆਪਾਂ ਨੂੰ ਉਹ ਗੱਲ ਪਤਾ ਹੈ ਕਿ ਇੰਡੀਆ 'ਚ ਕਿਸੇ ਵੀ ਚੀਜ਼ ਨੂੰ ਕੋਈ ਵੀ ਚੀਜ਼ ਆਉਂਦੀ ਹੈ ਤਾਂ ਲੋਕੀ ਸੇਵਾ ਭਾਵ ਦੇ ਨਾਲ ਔਰ ਬਿਜ਼ਨਸ ਭਾਵ ਦੋਨੋਂ ਨਾਲ ਹੀ ਚੱਲਦੇ ਹੈ ਉਹਨੂੰ ਸੇਵਾ ਕਈਆਂ ਨੇ ਬਣਾ ਕੇ ਫ੍ਰੀ ਬੱਟੇ ਹੈਗੇ ਕਈਆਂ ਨੇ ਸਿਰਫ ਰੋਜ਼ ਦੇ 1,000 ਬਾਅਦ ਮਾਸਕ ਬਣਾ ਕੇ ਬੱਟੇ ਹੈ ਕਈ ਜਿਹੜੇ ਉਦਯੋਗਪਤੀ ਸੀ ਜਿਹੜੇ ਉਹਨਾਂ ਨੂੰ ਸਮਝ ਆਇਆ ਕਿ ਇਸ ਟਾਈਮ ਤੇ ਆਹ ਧੰਦਾ ਵੀ ਹੋ ਸਕਦਾ ਜਿਹੜੀ ਕਿ ਚੰਗੀ ਗੱਲ ਵੀ ਹੈ ਕਿਉਂਕਿ ਅਗਰ ਆਪਾਂ ਐਕਸਪੋਰਟ ਬਾਹਰੋਂ ਇੰਪੋਰਟ ਕਰਦੇ ਹਾਂ ਅਗਰ ਉਹਦੀ ਕੋਸਟਿੰਗ ਵੀ ਵੱਧ ਜਾਣੀ ਹੈ ਔਰ ਉਹਦਾ ਆਉਣ 'ਚ ਵੀ ਟਾਈਮ ਲੱਗਣਾ ਹੈ ਔਰ ਇਸ ਟਾਈਮ ਤੇ ਆਪਾਂ ਨੂੰ ਵੀ ਪਤਾ ਹੈ ਕਿ ਡਾਕਟਰਾਂ ਨੂੰ ਜਿਹੜੇ ਆਪਣੇ ਕੋਰੋਨਾ ਯੋਧਾ ਦਿੱਤਾ ਹੈ ਉਹਨਾਂ ਨੂੰ ਕਿੰਨੀ ਜ਼ਿਆਦਾ ਲੋੜ ਹੈ ਇਸ ਚੀਜ਼ ਦੀ ਤਾਂ ਅਗਰ ਉਹ ਇੱਥੇ ਬਣ ਜਾਂਦੀ ਹੈ ਤਾਂ ਚੰਗੀ ਗੱਲ ਹੀ ਹੈਗੀ ਇੱਥੇ ਬਣਦੀ ਹੈ ਔਰ ਇੱਕ अपॉर्चुनिटी हर एक बंदा कोई ना कोई ਲੱਭਦਾ ਹੀ ਹੈ तो वो चीज़ है तो उन्होंने भी आई गल की कि आप ਤੁਸੀਂ
ਆਤਮ ਨਿਰਭਰ ਬਣੋ। ਬਟ ਮੇਨ ਗੱਲ ਆਈ ਹੈ ਕਿ ਜਿਹੜੇ ਲੋਕੀ ਹਾਲੇ ਪਰੇਸ਼ਾਨ ਹੈਗੇ, ਕਿਉਂਕਿ ਮਿਡਲ ਕਲਾਸ ਫਿਰ ਵੀ ਆਪਣਾ ਟਾਈਮ ਕੱਢ ਪਾ ਰਿਹਾ ਹੈ, ਅਪਰ ਕਲਾਸ ਦੇ ਕੋਲ ਆਪਣਾ ਹੈ, ਲੇਕਿਨ ਜਿਹੜਾ ਬਿਲਕੁਲ ਲੋਅਰ ਕਲਾਸ ਹੈ, ਜਿਹੜੇ ਕਿ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਦੇ ਪਿੱਛੇ ਆਉਂਦੇ ਹੈ, ਜਿਹੜੇ ਕਿ ਭਟਕ ਰਹੇ ਹੈ, ਜਿਹੜਾ ਨੂੰ ਕੁਝ ਪਤਾ ਨਹੀਂ ਲੱਗ ਪਾ ਰਿਹਾ, ਉਹ ਆਪਣੇ ਘਰ ਜਾਣਾ ਚਾਹੁੰਦੇ। आज ही राजस्थान ਦੇ ਮੁੱਖ ਮੰਤਰੀ ਦਾ ਬਿਆਨ ਸੀਗਾ ਕਿ 19 ਲੱਖ ਦੇ ਆਸ-ਪਾਸ ਪ੍ਰਵਾਸੀ ਮਜ਼ਦੂਰ ਹੈ। ਅਗਰ ਉਹਨਾਂ ਨੂੰ ਲਾਉਣ ਦਾ ਪ੍ਰੋਸੈਸ ਵੀ ਚਾਲੂ ਕੀਤਾ ਜਾਏ ਤਾਂ 3 ਤੋਂ 4 ਮਹੀਨੇ ਦਾ ਟਾਈਮ ਲੱਗ ਜਾਣਾ। ਤਾਂ ਇੱਕ ਆਪਣੇ ਆਪ 'ਚ ਬੜਾ ਹੀ ਟਫ ਟਾਸਕ ਹੈਗਾ ਇਹਨਾਂ ਨੂੰ, ਬੰਦਿਆਂ ਨੂੰ, ਹਰ ਬੰਦੇ ਨੂੰ ਆਪਣੇ ਘਰ ਪਹੁੰਚਾਉਣਾ। ਬਟ ਜਿਹੜੀ ਵੀ ਪ੍ਰੋਬਲਮ ਹੈਗੀ ਉਹ ਚੱਲਦੀ ਪਈ ਹੈ। ਠੀਕ ਹੈ ਸੰਗਤ ਜੀ, ਬਿਲਕੁਲ ਹੈ। ਤਕਰੀਬਨ ਅਸੀਂ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤਾ। ਜੇ ਤੁਹਾਡੇ ਕੋਈ ਸਵਾਲ ਨੇ, ਆਪਾਂ ਕਮੈਂਟਸ ਵੀ ਦੇਖ ਰਹੇ ਹਾਂ, ਕਾਫੀ ਲੋਕ ਕਮੈਂਟਸ ਵੀ ਕਰ ਰਹੇ ਨੇ। ਜੇ ਤੁਹਾਡੇ ਕੋਈ ਸਵਾਲ ਹੈ ਤਾਂ ਤੁਸੀਂ ਉਹ ਪੁੱਛ ਵੀ ਸਕਦੇ ਹੋ। ਜੋ ਸਕਰੀਨ ਦੇ ਉੱਪਰ ਜੋ ਨੰਬਰ ਆ ਰਹੇ ਨੇ ਉਹਦੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਵੀ ਜਿਹੜੇ ਹੈਗੇ ਪੁੱਛ ਸਕਦੇ ਹੋ, ਤੇ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜਵਾਬ ਦੇਣ ਦੀ। ਤੁਹਾਨੂੰ ਜਿਹੜਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਜੋ ਕਿ ਇਹ ਜੋ ਪੈਕੇਜ ਹੈਗਾ ਉਹ ਹੈਲਪ ਕਰ ਸਕਦਾ ਇੰਡੀਆ ਨੂੰ। ਅਲੱਗ-ਅਲੱਗ ਫਾਰਮੂਲੇ ਵੀ ਜਿਹੜੇ ਹੈਗੇ ਆਪਾਂ ਆ ਰਹੇ, ਕਿਉਂਕਿ 10% GDP ਦੀ ਗੱਲ ਕੀਤੀ ਜਾ ਰਹੀ ਹੈ। ਕੋਈ ਇਹ ਦੱਸ ਰਿਹਾ ਕਿ ਸ਼ਾਇਦ ਇਹਦੇ ਨਾਲ ਇੰਡੀਅਨ ਪੋਪੂਲੇਸ਼ਨ ਦੇ ਵਿੱਚ ਹਰ ਇੱਕ ਆਦਮੀ ਨੂੰ ਜਿਹੜਾ ਹੈਗਾ 7300 ਰੁਪਏ ਦਾ ਵੀ ਕੋਈ ਬੈਨੀਫਿਟ ਹੋ ਸਕਦਾ ਹੈਗਾ। ਕਿਸ ਕੈਲਕੂਲੇਸ਼ਨ ਤੇ ਉਹਨਾਂ ਨੇ ਕੀਤਾ ਆਪਾਂ ਉਹ ਕਹਿ ਨਹੀਂ ਸਕਦੇ ਕਿ ਵੀ ਕੀ ਹੈਗਾ, ਪਰ ਜੀ ਆ ਕੈਲਕੂਲੇਸ਼ਨ ਜਿਹੜੀ ਰਾਹੁਲ ਗਾਂਧੀ ਨੇ ਜਿਹੜੀ ਆਪਣੇ ਚੁਣਾਵੀ ਭਾਸ਼ਣ ਦੇ ਵਿੱਚ ਕਹੀ ਸੀ ਕਿ ਹਰ ਇੱਕ ਬੰਦੇ ਨੂੰ 7,500 ਰੁਪਏ, ਆ ਫਿਗਰ ਉੱਥੋਂ ਆਉਂਦਾ ਪਿਆ। ਔਰ ਫਿਲਹਾਲ ਜਦੋਂ ਰਾਹੁਲ ਗਾਂਧੀ ਨੇ ਫਿਰ ਆਪਣੇ ਅਰਥ ਸ਼ਾਸਤਰੀ ਨਾਲ ਗੱਲ ਕੀਤੀ ਸੀ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਹਰ ਬੰਦੇ ਨੂੰ 7,500 ਰੁਪਇਆ ਮਿਲਣਾ ਚਾਹੀਦਾ ਹੈ, ਤਾਂ ਕਿ ਉਹ ਉਹਨਾਂ ਦਾ ਇੱਕ ਫਿਗਰ ਸੀ। ਤਾਂ ਲੋਕੀ ਉਹਨੂੰ ਇੱਕ ਰਫ ਕੈਲਕੂਲੇਟ ਕਰ ਰਹੇ ਹਨ ਕਿ 135 ਕਰੋੜ ਨੂੰ 20 ਲੱਖ ਕਰੋੜ ਦੇ ਵਿੱਚ ਡਿਵਾਈਡ ਕਰਕੇ, ਵਿਚ ਇਜ਼ ਟੈਕਨੀਕਲੀ ਇੰਪੋਸੀਬਲ। ਇਦਾਂ ਨਹੀਂ ਹੁੰਦਾ, ਜਿਹਨੂੰ ਜਿੰਨੀ ਲੋੜ ਹੁੰਦੀ ਉਸ ਤਰੀਕੇ ਨਾਲ ਡਿਸਟ੍ਰੀਬਿਊਟ ਹੁੰਦਾ। व्यापारी वर्ग ਨੂੰ ਆਪਣੀ ਲੋੜ ਹੈਗੀ ਆ, ਜਿਹੜੇ ਆਮ ਵਰਗ ਹੈ ਉਹਨੂੰ ਆਪਣੀ ਲੋੜ ਹੈਗੀ ਹੈ, ਤਾਂ ਉਹਦੇ ਹਿਸਾਬ ਨਾਲ ਹੋਏਗਾ। ਔਰ ਇਹਦੀ ਡਿਟੇਲ ਜਦੋਂ ਤੱਕ ਨਹੀਂ ਆ ਜਾਂਦੀ ਆਪਾਂ ਵੀ ਕੁਝ ਨਹੀਂ ਕਹਿ ਸਕਦੇ ਆ ਪੈਸਾ ਕਿੱਥੋਂ ਆਏਗਾ ਕੀ ਆਏਗਾ, ਕਿਉਂਕਿ ਅੱਜ ਸਿਰਫ ਅਨਾਉਂਸਮੈਂਟ ਹੋਇਆ ਹੈ। ਆਪਾਂ ਸਿਰਫ ਅੱਜ ਡਿਸਕਸ ਕਰ ਸਕਦੇ ਹਾਂ ਕਿ ਅਨਾਉਂਸਮੈਂਟ ਹੋਣਾ ਇਹ ਵੱਡੀ ਗੱਲ ਹੈ ਕਿ ਇਹ ਇੰਪਲੀਮੈਂਟ ਹੁੰਦੇ ਵਿੱਚ, ਕਿਉਂਕਿ ਦੇਖਿਆ ਜਾਂਦਾ ਕਿ ਬਜਟ ਜਿਸ ਤਰੀਕੇ ਆਂਦਾ ਪਰ ਉਹਨੂੰ ਇੰਪਲੀਮੈਂਟ ਹੁੰਦੇ 2 ਮਹੀਨੇ ਲੱਗ ਜਾਂਦੇ ਆ, ਤੇ ਹੋਰ ਟੈਕਸੇਸ਼ਨ ਦੇ ਰੈਗੂਲੇਸ਼ਨਸ ਵੀ ਜਿਹੜੀ ਉਹਨਾਂ ਨੂੰ ਆਂਦੇ ਤੇ 2 ਮਹੀਨੇ ਲੱਗ ਜਾਂਦੇ ਆ। ਪਰ ਕੀ ਗਵਰਨਮੈਂਟ ਕਿੰਨੀ ਜਲਦੀ ਇਹਨੂੰ ਇੰਪਲੀਮੈਂਟ ਕਰਦੀ ਹੈ, ਇਹ ਵੀ ਇੱਕ ਦੇਖਣਾ ਇੱਕ ਵੱਡੀ ਗੱਲ ਹੋਏਗੀ। ਜੀ ਇੰਪਲੀਮੈਂਟ ਹੁੰਦਾ ਹੈ ਗਰਾਊਂਡ ਤੇ ਬੰਦੇ ਤੱਕ, ਜਿਹਦੇ ਲੋੜ ਹੈ ਉਸ ਬੰਦੇ ਦੇ ਹੱਥ 'ਚ ਪੈਸਾ ਪਹੁੰਚਦਾ, ਉਹਦੇ ਵਿੱਚ ਕਾਫੀ ਟਾਈਮ ਲੱਗ ਜਾਂਦਾ। ਲੇਕਿਨ ਦੇਖਦੇ ਹਾਂ ਕਿ ਸਰਕਾਰ ਕਿਸ ਤਰੀਕੇ ਨਾਲ ਇਹਨੂੰ ਲੈ ਕੇ ਆਉਂਦੀ ਹੈ। ਫਿਲਹਾਲ ਜਿਹੜੀ ਲੋਕਾਂ ਨੂੰ ਜਿਹਦੀ ਜ਼ਿਆਦਾ ਪਰੇਸ਼ਾਨ ਕਰਦੀ ਪਈ ਹੈ, ਜਿਹੜੀ ਟਵਿੱਟਰ ਤੇ ਵੀ ਚੱਲਦੀ ਪਈ ਹੈ, ਉਹ ਲੋਕਡਾਊਨ 4.0 ਹੈ, ਕਿਉਂਕਿ ਉਹ सीधा समझ आ रहा है कि इदा दी भी कोई टर्म होने वाली है। लॉकडाउन 3.0 तो आगे ਆਪਾਂ 4.0 ਤੇ ਵੀ ਜਾਣ ਵਾਲੇ ਆਗੇ, तो ਉਹਨੂੰ ਲੈ ਕੇ ਵੀ ਕਾਫੀ ਲੋਕੀ ਪਰੇਸ਼ਾਨ ਹੈ। ਲੇਕਿਨ ਜਿਹਦੇ ਵਿੱਚ ਮੋਦੀ ਦੀ ਸਪੀਚ ਤੇ ਇੱਕ ਗੱਲ ਕਲੀਅਰ ਆਈ ਹੈ ਕਿ ਉਹ ਪਿਛਲੇ ਦੇ ਨਾਲ ਥੋੜਾ ਡਿਫਰੈਂਟ ਹੋਏਗਾ। ਜਿੱਦਾਂ ਲੱਗਦਾ ਵੀ ਪਿਆ ਕਿ ਜਿੱਦਾਂ ਅੱਜ ਟ੍ਰੇਨਾਂ ਚਾलू हो चुकी है, 30 ट्रेन चालू हो चुकी है, और हो सकता है कुछ फ्लाइट्स, डोमेस्टिक फ्लाइट्स भी चालू हो जाए। हाँ, ਇਹਦੇ ਬਾਰੇ ਵੀ ਜੋ 15 ਤਰੀਕ ਦਾ ਇੱਕ ਇੰਟੀਮੇਸ਼ਨ ਦਿੱਤਾ ਹੈਗਾ ਕਿ ਜਿਹੜੇ ਆਪਣਾ ਜੋ ਹਰਦੀਪ ਸਿੰਘ ਪੁਰੀ ਨੇ ਸਿਵਲ ਐਵੀਏਸ਼ਨ ਮਿਨਿਸਟਰ, ਉਹਨਾਂ ਨੇ ਵੀ ਇਸ ਗੱਲ ਦੀ ਇੱਕ ਦਿੱਤੀ ਹੈ ਕਿ 15 ਤਰੀਕ ਤੋਂ ਜਿਹੜੀ ਫਲਾਈਟਸ ਹੈ ਉਹ ਸ਼ੁਰੂ ਹੋ ਸਕਦੀ ਹੈ। ਸ਼ਰਤਾਂ ਜ਼ਰੂਰ ਲਾਗੂ ਹੋਣਗੀਆਂ ਉਹਦੇ ਉੱਪਰ, ਤੇ ਪਰ ਹੋ ਸਕਦੀ ਹੈ। ਹੋਰ ਜੋ ਟ੍ਰੇਨ ਆਲਰੇਡੀ ਚੱਲਣੀ ਸ਼ੁਰੂ ਹੋ ਵੀ ਗਈਆਂ, 15-16 ਟ੍ਰੇਨਾਂ ਜਿਹੜੀ ਹੈਗੀ ਆ ਅੱਜ 12 ਤਰੀਕ ਤੋਂ ਚੱਲਣੀਆਂ ਸ਼ੁਰੂ ਵੀ ਹੋਣੀਆਂ ਸੀਗੀਆਂ। ਸੋ ਇਹ ਇੱਕ ਪੋਜ਼ਿਟਿਵ ਖਬਰ ਵੀ ਆ, ਪਰ ਇਹੀ ਹੈ ਕਿ ਇੱਕ ਇਹਤਿਆਤ ਦੇ ਨਾਲ ਹੈ ਕਿ ਇੱਕ ਚੀਜ਼ ਆਪਾਂ ਦੇਖਣ ਨੂੰ ਦੇਖ ਰਹੇ ਹਾਂ ਕਿ ਜਿਸ ਤਰੀਕੇ ਲੋਕਡਾਊਨ ਦੇ ਨਾਲ ਹੈ ਕਿ ਲੋਕੀ ਪੂਰਾ ਇਹਤਿਆਤ ਕਾਫੀ ਵਰਤ ਰਹੇ ਹੈਗੇ, ਪੂਰਾ ਸੇਫਟੀ ਜਿਹੜੇ ਪ੍ਰੀਕਾਸ਼ਨਸ ਹੈਗੇ ਕਾਫੀ ਇਸ ਦੇ ਵਿੱਚ ਇੱਕ ਅਵੇਅਰਨੈਸ ਜ਼ਰੂਰ ਵਧੀ ਹੈ ਕਿ ਲੋਕੀ ਇਸ ਦੇ ਮਾਮਲੇ ਦੇ ਵਿੱਚ ਪੂਰਾ ਕੌਨਸ਼ੀਅਸ ਹੋ ਕੇ ਇਸ ਜਿਹੜਾ ਹੈਗਾ ਇਸ ਕਰੋਨਾ ਮਹਾਮਾਰੀ ਦੇ ਨਾਲ ਨਿਪਟਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਜੀ ਸੰਗਤ ਜੀ, ਕੋਈ ਹੋਰ ਤੁਹਾਡਾ ਸਵਾਲ ਹੋਏ ਤਾਂ ਤੁਸੀਂ ਕਾਲ ਕਰ ਸਕਦੇ ਹੋ, ਕਿਉਂਕਿ ਤਕਰੀਬਨ 4-5 ਮਿੰਟ ਦਾ ਹੀ ਸਮਾਂ ਰਹਿ ਗਿਆ, ਆਪਾਂ ਉਸ ਤੋਂ ਬਾਅਦ ਸਮਾਪਤੀ ਕਰਾਂਗੇ। ਔਰ ਇੱਕ ਹੋਰ ਚੀਜ਼ ਹੈਗੀ ਕਿ ਜਿਹੜਾ ਅਨਾਉਂਸਮੈਂਟ ਹੋਇਆ ਹੈ ਕੱਲ ਮੁੱਖ ਮੰਤਰੀਆਂ ਦੀ ਜਿਹੜੀ ਬੈਠਕ ਹੋਈ ਹੈ, ਜਿਹੜੀ 10-12 ਘੰਟੇ ਬੈਠਕ ਚੱਲੀ ਹੈ, ਉਹਦੇ ਬਾਅਦ ਚੋਂ ਹੋਇਆ ਹੈ। ਤਾਂ ਜ਼ਰੂਰ ਆਬਵੀਅਸ ਗੱਲ ਹੈ ਕਿ ਉਹਨਾਂ ਦੇ ਨਾਲ ਡਿਸਕਸ਼ਨ ਹੋਣ ਦੇ ਬਾਵਜੂਦ ਹੀ ਮੁੱਖ ਮੰਤਰੀਆਂ ਦਾ ਵੀ ਜਿਹੜਾ ਪ੍ਰੈਸ਼ਰ ਸੀਗਾ ਕਿ ਕੋਈ ਨਾ ਕੋਈ ਪੈਕੇਜ ਆਣਾ ਬਹੁਤ ਜ਼ਰੂਰੀ ਹੈ, तो उसके बाद तो ही अनाउंसमेंट होया है। तो जरूर एक सरकार अपने स्तर पे काम कर रही है, लेकिन देखते आने वाले समय च कितनी सेवा डिलीवर होता है, किस तरीके ਨਾਲ ਲੋਕਾਂ ਤੇ ਭਰੋਸਾ ਪਹੁੰਚਦਾ ਹੈ। ਔਰ ਇਸ ਬਿਮਾਰੀ ਤੋਂ ਬਾਹਰ ਆਉਂਦੇ ਹੀ ਇੱਕ ਆਰਥਿਕ ਜਿਹੜੀ ਮੰਦੀ ਆਉਣ ਦਾ ਡਰ ਹੈਗਾ ਸਾਰਿਆਂ ਨੂੰ, ਜਿਹੜੀ 2008 ਦੇ ਵਿੱਚ ਆਈ ਸੀ। ਉਹਦੇ ਬਾਅਦ ਚ ਹੁਣ ਲੋਕਾਂ ਨੂੰ ਲੱਗਦਾ ਪਿਆ ਕਿ ਇੰਨੇ ਸਾਲਾਂ ਬਾਅਦ 11 ਸਾਲ ਬਾਅਦ ਵਾਪਸ ਇੱਕ ਮੰਦੀ ਆਉਣ ਦੇ ਹਾਲਾਤ ਬਣਦੇ ਪਏ ਹੈ, ਬਣੀ ਚੁੱਕੇ ਹੈ ਆਰਥਿਕ ਵਿਸ਼ਵਕ ਤੌਰ ਤੇ ਵੀ। वो जितना जल्दी ਆਪਾਂ ਨਿਕਲ ਪਾए ਉੱਥੇ ਆਰਥਿਕ ਰਾਹਤ ਪੈਕੇਜ ਹੈਲਪ ਕਰੇ, ਔਰ ਹਰ ਬੰਦਾ इतों निकल पाया। पता ही अरदास करते हैं, दुआ करते हैं सारे जल्दी तो खत्म हो। जी ठीक है।
ਠੀਕ ਹੈ ਸੰਗਤ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜੋ ਵਿਚਾਰ ਜਿਹੜੇ ਹੈਗੇ ਉਹ ਜ਼ਰੂਰ ਪਸੰਦ ਆਏ ਹੋਣਗੇ। ਆਪਾਂ ਲੋਕਾਂ ਦੇ ਕਮੈਂਟਸ ਵੀ ਜਿਹੜੇ ਤੁਹਾਨੂੰ ਦਿਖਾ ਰਹੇ ਸੀਗੇ। ਆਓ ਕਿਸੇ ਹੋਰ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ। ਬਹੁਤ ਬਹੁਤ ਧੰਨਵਾਦ ਕਿ ਰਵਿੰਦਰ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ। ਗੁਰਫਤਿਹ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਗੁਰੂ ਜੀ ਜੀ ਕੀ ਕਾ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ।